ਪ੍ਰਵਾਸ ਦੇ ਇਸ ਸੈਗਮੈਂਟ 'ਚ ਆਪ ਸਭ ਦਾ ਸਵਾਗਤ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ 'ਚ ਸਮੇਂ-ਸਮੇਂ ਸਿਰ ਤਬਦੀਲੀਆਂ ਹੁੰਦੀਆਂ ਰਹੀਆਂ ਨੇ ਤੇ ਅੱਜ ਕੱਲ੍ਹ ਕਾਫੀ ਤਬਦੀਲੀਆਂ ਆ ਰਹੀਆਂ ਨੇ। ਇਸ ਸੰਬੰਧ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਮਲਟੀ ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਨਵਜੋਤ ਚਾਨੇ ਦੇ ਨਾਲ। ਜੀ ਚਾਨੇ ਜੀ, ਸਵਾਗਤ ਹੈ ਆਪ ਜੀ ਦਾ। ਥੈਂਕ ਯੂ ਬਸੋਤਾ ਜੀ। ਚਾਨੇ ਜੀ, ਅੱਜ ਕੱਲ੍ਹ ਬਹੁਤ ਚੇਂਜਸ ਆ ਰਹੀਆਂ ਨੇ, ਖਾਸ ਕਰਕੇ ਜੋ ਫਿੰਗਰਪ੍ਰਿੰਟਸ ਹੈ ਉਹਨਾਂ ਦਾ ਬੜਾ ਰੌਲਾ ਪੈ ਰਿਹਾ ਹੈਗਾ। ਹਾਂਜੀ, ਬਾਇਓਮੈਟ੍ਰਿਕਸ ਇੱਕ ਬਹੁਤ ਇੰਪੋਰਟੈਂਟ ਰਿਕੁਆਇਰਮੈਂਟ ਹੈਗੀ ਹੈ ਜੀ। ਕੈਨੇਡਾ ਦੀ ਕੋਈ ਵੀ ਐਪਲੀਕੇਸ਼ਨ ਤੁਸੀਂ ਲਾਉਣੀ ਹੈ ਉਹਦੇ ਲਈ। ਕੋਵਿਡ ਦੇ ਕਰਕੇ ਇਮੀਗ੍ਰੇਸ਼ਨ ਇਹਦੇ ਵਿੱਚ ਕਾਫੀ ਚੇਂਜਸ ਲੈ ਕੇ ਆਉਂਦੇ ਨੇ, ਬਿਕੋਜ਼ VFS ਸੈਂਟਰ ਅਤੇ ਸਰਵਿਸ ਕੈਨੇਡਾ ਦੇ ਕਲੋਜ਼ ਹੋਣ ਕਰਕੇ ਲੋਕ ਬਾਇਓਮੈਟ੍ਰਿਕਸ ਨਹੀਂ ਦੇ ਪਾ ਰਹੇ ਸਨ। ਸੋ ਇਹਦੇ ਵਿੱਚ ਚੇਂਜਸ ਇਹ ਨੇ ਕਿ ਜੇ ਤਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਸ ਦੀ ਕੋਈ ਵੀ ਫਾਈਲ ਕੈਨੇਡਾ ਲਈ ਲਾਈ ਹੈ, ਚਾਹੇ ਉਹ ਵਰਕ ਪਰਮਿਟ ਦੀ ਫਾਈਲ ਹੈ ਜਾਂ ਉਹ ਸਟੱਡੀ ਪਰਮਿਟ ਦੀ ਫਾਈਲ ਹੈ, ਫੋਰ ਐਗਜ਼ਾਮਪਲ ਵਿਦ ਇਨ ਕੈਨੇਡਾ ਦੀ ਐਪਲੀਕੇਸ਼ਨ ਹੈ ਜਿਹੜੀ, ਤਾਂ ਉਹਦੇ ਵਿੱਚ ਉਹਨਾਂ ਨੇ ਰਿਕੁਆਇਰਮੈਂਟ ਹੁਣ ਵੇਵ ਕਰ ਦਿੱਤੀ ਹੈ ਅੰਟਿਲ ਫਰਦਰ ਨੋਟਿਸ ਕਿ ਤੁਹਾਨੂੰ ਹੁਣ ਬਾਇਓਮੈਟ੍ਰਿਕਸ ਦੇਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਲੋਕਾਂ ਨੇ ਆਲਰੇਡੀ ਆਪਣੀਆਂ ਫਾਈਲਾਂ ਲਾਤੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਦੀ $85 ਜਿਹੜੀ ਬਾਇਓਮੈਟ੍ਰਿਕਸ ਦੀ ਫੀਸ ਹੈਗੀ ਆ ਉਹਦਾ ਰੀਫੰਡ ਪ੍ਰੋਸੈਸ ਕਰਨ ਵੇਲੇ IRCC ਵੱਲੋਂ ਕਰ ਦਿੱਤਾ ਜਾਵੇਗਾ। ਹੁਣ ਆਪਾਂ ਵਿਜ਼ਟਰ ਵੀਜ਼ੇ ਦੀ ਗੱਲ ਕਰਦੇ ਹਾਂ। ਕਈਆਂ ਦੇ ਕੋਲ ਪਹਿਲਾਂ ਵਿਜ਼ਟਰ ਵੀਜ਼ਾ ਸੀ, ਲੇਕਿਨ ਉੱਤੋਂ COVID-19 ਪੈਂਡੈਮਿਕ ਸ਼ੁਰੂ ਹੋ ਗਿਆ। ਇਸ ਬਾਰੇ ਦੱਸੋ, ਜਿਨ੍ਹਾਂ ਕੋਲ ਪਹਿਲਾਂ ਵਿਜ਼ਟਰ ਵੀਜ਼ਾ ਸੀ ਕੀ ਉਹ ਵਿਜ਼ਿਟ ਕਰ ਸਕਦੇ ਨੇ? ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਨੇ ਜੀ, ਇਸ ਵਕਤ ਸਿਰਫ ਉਹਨਾਂ ਨੂੰ ਹੀ ਟਰੈਵਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸੋ ਉਹਦੇ ਵਿੱਚ ਮਤਲਬ ਇਹ ਆ ਗਿਆ ਕਿ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਹੁਣ ਕਿਸੇ ਦੇ ਪੇਰੈਂਟਸ ਨੇ ਕੈਨੇਡਾ ਆਉਣਾ, ਜੇ ਉਹ ਇੱਥੇ PR ਜਾਂ ਸਿਟੀਜ਼ਨ ਨੇ ਤਾਂ ਹੀ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਟਰੈਵਲ ਕਰ ਸਕਦੇ ਨੇ, ਅਦਰਵਾਈਜ਼ ਉਹਨਾਂ ਨੂੰ ਹਜੇ ਅਲਾਉ ਨਹੀਂ ਕੀਤਾ ਜਾ ਰਿਹਾ। ਪਿਛਲੇ ਦਿਨੀ ਬੜੀ ਇੰਪੋਰਟੈਂਟ ਅਨਾਊਂਸਮੈਂਟ ਕੀਤੀ ਸੀ ਕੈਨੇਡੀਅਨ ਗੌਰਮੈਂਟ ਨੇ ਕਿ ਜਿਹੜੇ ਹੁਣ ਵਿਜ਼ਟਰ ਵੀਜ਼ੇ 'ਤੇ ਨੇ ਕੈਨੇਡਾ ਦੇ ਵਿੱਚ, ਚਾਹੇ ਉਹ ਕਿੰਨੇ ਵੀ ਸਮੇਂ ਲਈ ਨੇ, ਉਹ ਹੁਣ ਕਹਿੰਦੇ ਵਰਕ ਪਰਮਿਟ ਲੈ ਸਕਦੇ ਨੇ। ਇਸ ਬਾਰੇ ਵਿਸਥਾਰ ਨਾਲ ਦੱਸੋ ਜੀ। ਹਾਂਜੀ, ਬਹੁਤ ਸਾਨੂੰ ਇਹਦੇ ਬਾਰੇ ਇਨਕੁਆਇਰੀਜ਼ ਆਈਆਂ ਨੇ ਜੀ, ਕਿਉਂਕਿ ਜਦੋਂ ਇਹ ਅਨਾਊਂਸਮੈਂਟ ਹੋਈ ਸੀਗੀ ਤਾਂ ਬਹੁਤ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਜਾਗਿਆ ਸੀਗਾ ਕਿ ਕੋਈ ਨਵੀਂ ਪਾਲਿਸੀ ਇੱਦਾਂ ਦੀ ਆਈ ਹੈ ਜਿਹਦੇ ਵਿੱਚ ਵਿਜ਼ਿਟਰ ਜਿਹੜੇ ਨੇ ਉਹ ਵਰਕ ਪਰਮਿਟ ਲੈ ਸਕਦੇ ਨੇ। ਐਕਚੁਅਲੀ ਦੇ ਵਿੱਚ ਉਹਦੇ ਵਿੱਚ ਚੇਂਜ ਇਹ ਆਈ ਆ ਕਿ ਜਦੋਂ ਤੁਸੀਂ ਪਹਿਲਾਂ ਵਿਜ਼ਿਟਰ ਵੀਜ਼ੇ 'ਤੇ ਪਹਿਲਾਂ ਪ੍ਰੋਸੈਸ ਇਹ ਹੁੰਦਾ ਸੀ ਕਿ ਤੁਹਾਨੂੰ ਪਹਿਲਾਂ ਵਿਦ ਇਨ ਕੈਨੇਡਾ ਐਪਲੀਕੇਸ਼ਨ ਤੁਸੀਂ ਸਬਮਿਟ ਨਹੀਂ ਸੀ ਕਰ ਸਕਦੇ, ਜਾਂ ਤਾਂ ਤੁਹਾਡੀ ਫਾਈਲ US ਜਾਂਦੀ ਸੀ, ਜਾਂ ਤੁਸੀਂ ਬਾਰਡਰ 'ਤੇ ਜਾਂਦੇ ਸੀ, ਜਾਂ ਤੁਸੀਂ ਆਨਲਾਈਨ ਅਪਲਾਈ ਕਰਦੇ ਹੁੰਦੇ ਸੀ। ਹੁਣ ਉਹਦੇ ਵਿੱਚ ਕੀ ਆ ਕਿ ਕੁਝ ਲੋਕ ਬਾਇਓਮੈਟ੍ਰਿਕਸ ਨਹੀਂ ਸੀ ਦੇ ਪਾਉਂਦੇ ਉਦੋਂ। ਹੁਣ ਉਹਨਾਂ ਨੇ ਉਹ ਰਿਕੁਆਇਰਮੈਂਟ ਜਿਹੜੀ ਆ ਉਹ ਵੇਵ ਕਰਨ ਦੇ ਲਈ ਤਾਂ ਕਿ ਲੋਕਾਂ ਨੂੰ ਬਾਇਓਮੈਟ੍ਰਿਕਸ ਨਾ ਦੇਣੇ ਪੈਣ, ਐਂਡ ਐਟ ਦਾ ਸੇਮ ਟਾਈਮ ਕਿ ਜਿਹੜੇ ਲੋਕ ਜਿਹੜੇ ਕੈਨੇਡੀਅਨ ਬਿਜ਼ਨਸ ਨੇ ਉਹਨਾਂ ਨੂੰ ਇੰਪਲੋਇਜ਼ ਦੀ ਲੋੜ ਹੈ ਉਹ ਇੱਥੋਂ ਹਾਇਰ ਕਰ ਸਕਣ। ਪਰ LMI ਦੀ ਜਿਹੜੀ ਰਿਕੁਆਇਰਮੈਂਟ ਬਾਰੇ ਬਹੁਤ ਸਾਰੇ ਲੋਕਾਂ ਨੂੰ ਸ਼ੰਕਾ ਸੀ ਕਿ ਹੁਣ ਸ਼ਾਇਦ LMI ਦੀ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ, ਪਰ ਐਕਚੁਅਲੀ ਇਹਦੇ ਵਿੱਚ ਇਹ ਸੱਚ ਨਹੀਂ ਹੈ। ਤੁਹਾਨੂੰ LMI ਹਜੇ ਵੀ ਚਾਹੀਦੀ ਹੈ ਇੰਪਲੋਇਰ ਤੋਂ, ਤਾਂ ਹੀ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। PR ਫਾਈਲ ਦੀ ਕੀ ਸਥਿਤੀ ਹੈ, ਖਾਸ ਕਰਕੇ ਜਿਹੜੀਆਂ ਫਾਈਲਸ PR ਲਈ ਬਾਹਰੋਂ ਲਗਾਈਆਂ ਗਈਆਂ ਨੇ? ਹਾਂਜੀ, ਸੋ ਜਿਹੜੀਆਂ PR ਦੀਆਂ ਫਾਈਲਸ ਆਊਟਸਾਈਡ ਕੈਨੇਡਾ ਤੋਂ ਸਬਮਿਟ ਕੀਤੀਆਂ ਗਈਆਂ ਨੇ ਉਹ ਹੁਣ ਹੌਲੀ ਹੌਲੀ ਅੱਗੇ ਪ੍ਰੋਸੈਸ ਹੋ ਰਹੀਆਂ ਨੇ। ਸਾਨੂੰ ਜਿਹੜੀਆਂ ਅਸੀਂ ਆਪਣੇ ਕਲਾਇੰਟਸ ਦੀਆਂ ਫਾਈਲਸ ਲਾਈਆਂ ਸੀਗੀਆਂ ਉਹਨਾਂ ਦੇ ਇਮੀਗ੍ਰੇਸ਼ਨ ਵੱਲੋਂ ਰਿਕੁਐਸਟ ਆ ਰਹੀ ਹੈ। ਦਿੱਲੀ ਇਮੀਗ੍ਰੇਸ਼ਨ ਨੇ ਹੌਲੀ ਹੌਲੀ ਆਪਣਾ ਜਿਹੜਾ ਕੰਮ ਹੈ ਉਹ ਸਟਾਰਟ ਕਰ ਦਿੱਤਾ, ਉਹਨਾਂ ਵੱਲੋਂ ਰਿਕੁਐਸਟ ਆਉਣੀਆਂ ਸਟਾਰਟ ਹੋ ਗਈਆਂ ਨੇ। ਇਹਦੇ ਨਾਲ ਦੀ ਨਾਲ ਜਿਹੜੀ ਈਵਨ ਕਿ ਵਿਦ ਇਨ ਕੈਨੇਡਾ ਦੇ ਵਿੱਚ ਵੀ ਫਾਈਲਸ ਨੇ ਉਹ ਵੀ ਹੁਣ ਪ੍ਰੋਸੈਸ ਹੋ ਰਹੀਆਂ ਨੇ। ਉਹਨਾਂ ਦੇ ਬਾਰੇ ਵੀ ਬਾਇਓਮੈਟ੍ਰਿਕਸ ਦੇ ਵਿੱਚ ਅਪਡੇਟ ਇਹ ਹੈਗੀ ਹੈ ਕਿ ਜੇ ਤੁਸੀਂ ਪਿਛਲੇ 10 ਸਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਇਓਮੈਟ੍ਰਿਕਸ ਕਰਵਾਏ ਨੇ, ਚਾਹੇ ਉਹ ਵਿਜ਼ਟਰ ਲਈ ਕਰਵਾਏ ਸੀ ਜਾਂ ਵਰਕਰ ਲਈ ਕਰਵਾਏ ਸੀ ਜਾਂ ਸਟੱਡੀ ਪਰਮਿਟ ਦੇ ਲਈ ਬਾਇਓਮੈਟ੍ਰਿਕਸ ਕਰਵਾਏ ਸੀ, ਤਾਂ ਉਹ ਤੁਹਾਡੇ ਹੁਣ ਵੈਲਿਡ ਨੇ। ਤੁਹਾਨੂੰ ਅਲੱਗ ਤੋਂ ਬਾਇਓਮੈਟ੍ਰਿਕਸ ਜਿਹੜੇ ਆ PR ਫਾਈਲ ਲਈ ਦੇਣ ਦੀ ਜ਼ਰੂਰਤ ਨਹੀਂ ਹੈ। ਸਿਟੀਜ਼ਨਸ਼ਿਪ ਦੇ ਪ੍ਰੋਸੈਸ ਦੇ ਵਿੱਚ ਕੀ ਤਬਦੀਲੀ ਆਈ ਹੈ? ਖਾਸ ਕਰਕੇ ਜਦੋਂ ਸਿਟੀਜ਼ਨਸ਼ਿਪ ਅਸੀਂ ਲੈਂਦੇ ਸੀਗੇ ਤਾਂ ਉਦੋਂ ਸਹੁੰ ਚੁੱਕਦੇ ਸੀਗੇ ਜੱਜ ਦੀ ਪ੍ਰੈਜੈਂਸ ਦੇ ਵਿੱਚ, ਇਮੀਗ੍ਰੇਸ਼ਨ ਜੋ ਵੀ ਅਧਿਕਾਰੀ ਹੈ ਉਹਨਾਂ ਦੀ ਪ੍ਰੈਜੈਂਸ ਵਿੱਚ। ਪਰ ਅੱਜ ਕੱਲ੍ਹ ਤਾਂ COVID-19 ਪੈਂਡੈਮਿਕ ਚੱਲ ਰਿਹਾ, ਸੋ ਅਜਿਹੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਫਿਰ ਇਹ ਸਿਸਟਮ ਚੱਲ ਰਿਹਾ ਹੈ? ਬਹੁਤ ਵਧੀਆ ਕੁਐਸਚਨ ਹੈ ਬਸੋਤਾ ਜੀ। ਸੋ ਬੇਸਿਕਲੀ ਕੀ ਹੈਗਾ ਕਿ ਕੋਵਿਡ ਨੇ ਬਹੁਤ ਚੇਂਜਸ ਲੈ ਕੇ ਆਉਂਦੀਆਂ ਨੇ, ਚਾਹੇ ਉਹ ਸਾਡੀ ਨਿੱਜੀ ਲਾਈਫ ਹੈਗੀ ਉਹਦੇ ਵਿੱਚ ਚੇਂਜਸ ਨੇ ਜਾਂ ਜਿਹੜੇ ਵੀ ਗਵਰਨਮੈਂਟ ਦੇ ਪ੍ਰੋਸੈਸ ਨੇ ਉਹਦੇ ਵਿੱਚ ਚੇਂਜਸ ਲੈ ਕੇ ਆਉਂਦੇ ਨੇ। ਸੋ ਇਹਦੇ ਵਿੱਚ ਹੁਣ ਇਹ ਪਹਿਲੀ ਵਾਰੀ ਹੋਇਆ ਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਿ ਜਿਹੜੀ ਓਥ ਸੈਰੇਮਨੀ ਹੈ ਉਹ ਹੁਣ ਜ਼ੂਮ ਦੇ ਥਰੂ ਹੋ ਰਹੀ ਹੈ। ਵਰਚੁਅਲ ਸੈਰੇਮਨੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਲੋਕਾਂ ਨੂੰ ਰਿਕੁਐਸਟ ਆ ਰਹੀ ਹੈ। ਸੋ ਆਪਣੇ ਘਰ ਬੈਠ ਕੇ ਹੀ ਉਹ ਵੈਬ ਕੈਮ ਦੇ ਉੱਤੇ ਆਪਣੀ ਜਿਹੜੀ ਓਥ ਸੈਰੇਮਨੀ ਉਹ ਕੰਪਲੀਟ ਕਰ ਰਹੇ ਨੇ। ਹੁਣ ਵਿਆਹ ਦੀਆਂ ਫਾਈਲਸ ਬਾਰੇ ਦੱਸੋ। ਵਿਆਹ ਦੀਆਂ ਫਾਈਲਸ ਨੂੰ ਕਲੀਅਰ ਹੋਣ ਦੇ ਲਈ ਕਿੰਨਾ ਕੁ ਸਮਾਂ ਲੱਗਦਾ ਹੈਗਾ? ਜਿਹੜੀਆਂ ਸਪਾਊਜ਼ਲ ਸਪੌਂਸਰਸ਼ਿਪ ਦੀਆਂ ਫਾਈਲ ਸੀਗੀਆਂ ਜੀ, ਜੇ ਆਪਾਂ ਕੋਵਿਡ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਐਵਰੇਜ ਟਾਈਮ ਜਿਹੜਾ ਸੀ ਉਹ 6 ਤੋਂ 8 ਮਹੀਨੇ ਦੇ ਵਿੱਚ ਪ੍ਰੋਸੈਸ ਹੋ ਜਾਂਦੀਆਂ ਸਨ। ਪਰ ਹੁਣ ਕੀ ਹੋ ਰਿਹਾ ਹੈ ਕਿ ਇੱਕ ਤਾਂ ਕੋਵਿਡ ਦੀ ਸਿਚੁਏਸ਼ਨ ਹੈ, ਬਾਇਓਮੈਟ੍ਰਿਕਸ ਨਹੀਂ ਹੋ ਪਾ ਰਹੇ,
ਹਾਈ ਕਮਿਸ਼ਨ ਕਲੋਜ਼ ਹੈਗੇ ਨੇ, ਸੋ ਉਹਦੇ ਕਰਕੇ ਉਹਨਾਂ ਨੂੰ ਬਹੁਤ ਲੰਬਾ ਸਮਾਂ ਜ਼ਿਆਦਾ ਲੱਗ ਰਿਹਾ ਹੈ। ਕੁਛ ਫਾਈਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਡਿਸੀਜਨ ਮੇਡ ਹੋ ਚੁੱਕੇ ਨੇ, ਪਰ ਉਹਨਾਂ ਨੂੰ ਪਾਸਪੋਰਟ ਰਿਕੁਐਸਟ ਨਹੀਂ ਆ ਰਹੀ ਬਿਕੋਜ਼ VFS ਕਲੋਜ਼ ਹੈ, ਉਹ ਪਾਸਪੋਰਟ ਜਮ੍ਹਾਂ ਹੀ ਨਹੀਂ ਕਰਵਾ ਸਕਦੇ। ਸੋ ਜਿੰਨੇ ਤੱਕ ਪਾਸਪੋਰਟ ਜਮ੍ਹਾਂ ਨਹੀਂ ਹੋਣਾ, ਵੀਜ਼ੇ ਤੇ ਸਟੈਂਪ ਨਹੀਂ ਲੱਗਣੀ ਪਾਸਪੋਰਟ ਦੇ ਉੱਤੇ, ਸੋ ਇਸ ਕਰਕੇ ਉਹ ਟਰੈਵਲ ਵੀ ਨਹੀਂ ਕਰ ਪਾਉਣਗੇ। ਸੋ ਇਹ ਹਜੇ ਥੋੜੀ ਜੀ IRCC ਵੱਲੋਂ ਅਪਡੇਟ ਦੀ ਹੋਰ ਰਿਕੁਆਇਰਮੈਂਟ ਹੈ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਵੀ ਕਲੀਅਰ ਕਰ ਦਿੱਤਾ ਜਾਵੇਗਾ IRCC ਵੱਲੋਂ। ਕਈਆਂ ਦੇ ਕੋਲ PR ਆ ਗਈ ਸੀਗੀ, ਲੇਕਿਨ ਅਚਾਨਕ ਫਿਰ COVID-19 ਪੈਂਡੈਮਿਕ ਸ਼ੁਰੂ ਹੋ ਗਿਆ, ਪਾਬੰਦੀ ਲੱਗ ਗਈ ਫਿਰ ਇੱਕ ਦੂਜੇ ਮੁਲਕ 'ਚ ਜਾਣ 'ਤੇ। ਸੋ ਜਿਨ੍ਹਾਂ ਦੇ ਕੋਲ PR ਸੀਗੀ, ਕਿਉਂਕਿ ਮੈਨੂੰ ਲੱਗਦਾ PR ਦਾ ਕੁਛ ਸਮਾਂ ਹੁੰਦਾ ਹੈ ਨਿਰਧਾਰਤ ਵੀ, ਇਸ ਦੇ ਅੰਦਰ ਅੰਦਰ ਤੁਸੀਂ ਅਵੇਲ ਕਰਨੀ ਹੋਏਗੀ, ਅਤੇ ਹੁਣ ਉਹ ਕੀ ਕਰਨਗੇ? ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਕਿ ਜਦੋਂ PR ਦੀ ਐਪਲੀਕੇਸ਼ਨ ਪ੍ਰੋਸੈਸ ਹੋ ਜਾਂਦੀ ਹੈ, ਜਿਨ੍ਹਾਂ ਦੇ ਲੋਕਾਂ ਦੇ ਵੀਜ਼ੇ ਲੱਗ ਚੁੱਕੇ ਸਨ, ਉਹਨਾਂ ਨੇ ਕੋਵਿਡ ਤੋਂ ਪਹਿਲਾਂ, ਸਿਚੁਏਸ਼ਨ ਤੋਂ ਪਹਿਲਾਂ ਆਪਣੇ ਪਾਸਪੋਰਟ ਜਮ੍ਹਾਂ ਕਰਾਤੇ, ਵੀਜ਼ੇ ਉਹਨਾਂ ਦੇ ਪਾਸਪੋਰਟ ਦੇ ਉੱਤੇ ਲੱਗ ਗਏ, ਪਰ ਉਹ ਟਰੈਵਲ ਨਹੀਂ ਕਰ ਸਕੇ ਕਿਉਂਕਿ ਕੈਨੇਡਾ ਨੇ ਆਪਣੇ ਬਾਰਡਰ ਕਲੋਜ਼ ਕਰ ਦਿੱਤੇ ਸਨ। ਹੁਣ ਉਹਨਾਂ ਨੂੰ ਸਿਚੁਏਸ਼ਨ ਇਹ ਆ ਰਹੀ ਹੈ ਕਿ ਉਹਨਾਂ ਦੇ ਵੀਜ਼ੇ ਐਕਸਪਾਇਰ ਹੋ ਚੁੱਕੇ ਨੇ ਅਤੇ ਉਹਨਾਂ ਨੂੰ ਕਨਫਿਊਜ਼ਨ ਹੈ ਕਿ ਹੁਣ ਉਹਦਾ ਨੈਕਸਟ ਸਟੈਪ ਕੀ ਹੈ। ਸੋ IRCC ਨੇ ਜਿਹੜੀ ਉਹਨਾਂ ਦੇ ਬਾਰੇ ਅਪਡੇਟ ਦਿੱਤੀ ਉਹ ਇਹ ਹੈ ਕਿ ਅਸੀਂ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਕ ਇਲੈਕਟ੍ਰੋਨਿਕ ਆਥੋਰਾਈਜੇਸ਼ਨ ਦੇਵਾਂਗੇ। ਉਸ ਇਲੈਕਟ੍ਰੋਨਿਕ ਆਥੋਰਾਈਜੇਸ਼ਨ ਦੇ ਥਰੂ ਜਿਹੜਾ ਨਾਟ ਓਨਲੀ ਤੁਹਾਡਾ ਜਿਹੜਾ ਵੀਜ਼ਾ ਦੀ ਆਥੋਰਾਈਜੇਸ਼ਨ ਹੈਗੀ ਹੈ ਉਹ ਐਕਸਟੈਂਡ ਹੋ ਜਾਏਗੀ ਅਤੇ ਤੁਸੀਂ ਟਰੈਵਲ ਵੀ ਕਰ ਸਕੋਗੇ। ਸੋ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਕਲੀਅਰ ਕਰਨਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਤੁਹਾਨੂੰ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। IRCC ਨੂੰ ਇਸ ਸਿਚੁਏਸ਼ਨ ਦਾ ਪਤਾ ਹੈ ਅਤੇ ਉਹਨਾਂ ਨੇ ਇਹਦੇ ਲਈ ਇੱਕ ਪਲਾਨ ਵੀ ਜਿਹੜਾ ਉਹ ਸ਼ੁਰੂ ਕਰ ਲਿਆ। ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਦੱਸੋ। ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਮਿਲ ਗਿਆ ਸੀ, ਲੇਕਿਨ ਸਟਕ ਹੋ ਗਏ ਉਹ, ਫਿਰ ਕਿਸ ਤਰ੍ਹਾਂ ਇਹ ਐਡਜਸਟਮੈਂਟ ਹੋ ਰਹੀ ਹੈ? ਹਾਂਜੀ, ਸੋ ਇਹ ਵੀ ਬਹੁਤ ਮਤਲਬ ਕਿ ਨਵੀਂ ਸਿਚੁਏਸ਼ਨ ਹੈ ਸਾਰਿਆਂ ਦੇ ਲਈ। ਪਹਿਲੀ ਵਾਰ ਇੱਦਾਂ ਹੋਇਆ ਕਿ ਇੰਟਰਨੈਸ਼ਨਲ ਸਟੂਡੈਂਟ ਨੇ ਪਰ ਆਪਣੇ ਘਰੋਂ ਬੈਠ ਕੇ ਹੀ ਪੜ੍ਹ ਰਹੇ ਨੇ। ਸੋ ਜਿਵੇਂ ਹੁਣ ਇੰਡੀਆ ਦੇ ਵਿੱਚ ਬੱਚੇ ਬੈਠੇ ਨੂੰ ਸਾਨੂੰ ਕੰਟੈਕਟ ਕਰ ਰਹੇ ਨੇ ਕਿ ਸਾਨੂੰ ਡਿਫਿਕਲਟੀ ਆ ਰਹੀ ਹੈ ਇੱਥੋਂ ਪੜ੍ਹਨ ਦੇ ਵਿੱਚ, ਦਿਨ ਰਾਤ ਦਾ ਫਰਕ ਹੈਗਾ, ਉਸ ਤੋਂ ਬਾਅਦ ਅਸਾਈਨਮੈਂਟਸ ਨਹੀਂ ਸਮਝ ਲੱਗ ਰਹੀਆਂ, ਪ੍ਰੋਜੈਕਟ ਕਿਹਨੂੰ ਭੇਜਣੇ ਨੇ। ਸੋ ਬਹੁਤ ਨਵੀਂ ਚੀਜ਼ ਆ ਕਾਲਜ ਵਾਲਿਆਂ ਦੇ ਲਈ ਵੀ ਅਤੇ ਬੱਚਿਆਂ ਦੇ ਲਈ ਵੀ। ਸੋ ਉਹਦੇ ਵਿੱਚ ਕੀ ਹੈਗਾ ਕਿ ਮੇਰੀ ਜਿਹੜੀ ਇਨਫੋਰਮੇਸ਼ਨ ਮੈਂ ਬੱਚਿਆਂ ਨੂੰ ਦੇਣੀ ਚਾਹੁੰਦਾ ਕਿ ਤੁਸੀਂ ਆਪਣੇ ਇੰਟਰਨੈਸ਼ਨਲ ਆਫਿਸ ਦੇ ਨਾਲ ਕੰਟੈਕਟ ਦੇ ਵਿੱਚ ਰਹੋ ਤਾਂ ਕਿ ਉਹ ਤੁਹਾਨੂੰ ਅਪਡੇਟ ਦੇ ਸਕਣ। ਜੇ ਤੁਹਾਨੂੰ ਕੋਈ ਟੈਕਨੀਕਲ ਇਸ਼ੂ ਆ ਰਿਹਾ, ਉਹਦੀਆਂ ਇੰਸਟਰਕਸ਼ਨਸ ਅਲੱਗ ਨੇ ਕਿ ਕਿੱਦਾਂ ਉਹਨਾਂ ਨੂੰ ਸੋਲਵ ਕਰਨਾ ਹੈ, ਪਰ ਇਸ ਵਕਤ ਐਜ਼ ਪਰ IRCC ਦੀ ਇੰਸਟਰਕਸ਼ਨਸ ਤੁਹਾਨੂੰ ਆਨਲਾਈਨ ਹੀ ਪੜ੍ਹਨਾ ਪੈਣਾ ਅਤੇ ਉਹਦੇ ਲਈ ਸਾਰਿਆਂ ਨੂੰ ਯੂਜ਼ ਟੂ ਵੀ ਹੋਣਾ ਪੈਣਾ। ਅਖੀਰ 'ਚ ਕੀ ਕਹਿਣਾ ਚਾਹੋਗੇ? ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੋਈ ਵੀ ਐਡੀਸ਼ਨਲ ਇਨਫੋਰਮੇਸ਼ਨ, ਤੁਸੀਂ ਅਥੈਂਟਿਕ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਮਲਟੀ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹੋ। ਅਸੀਂ ਹਮੇਸ਼ਾ ਤੁਹਾਡੀ ਸੇਵਾ ਦੇ ਲਈ ਤਿਆਰ ਹਾਂ। ਥੈਂਕ ਯੂ ਚਨਾ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਕੋਈ ਵੀ ਸੁਝਾਅ ਜਾਂ ਇਸ਼ਤਿਹਾਰ ਦੇਣ ਸੰਬੰਧੀ ਤੁਸੀਂ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਜਰਨੈਲ ਬਸੋਤਾ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫਤੇ ਫਿਰ ਮਿਲਣ ਦੇ ਵਾਅਦੇ ਨਾਲ ਤੇਗਮੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।